श्री वाहिगुरु। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद चकर चिहनियार बरन जात अर पात नहन जेहे रूप रंग अर रेख पेख को कह न सकत केहे अचल मूरत अनुभव प्रकाश अमितोज कह जय कोट इंद्र इंद्राण साहे साहण गण जय तरे भवन महीप सुर नर असुर नेत नेत बन तृण कहत तब सर्ब नाम कथै कवन कर्म नाम बरनत सुमत प्रभ दातो दातार परयो जाचक एक सरना मिलै दान संत रेन जेहे लग भवजल तरना बिनत करो अरदास सुनो जे ठाकुर भावै देहो दरस मन चाओ भगत एहो मन ठहरावै भले ओ चराग अंधियार मह सब कल उदरी एक नाम धर्म प्रगट सगल हर भवन मह जन नानक गुर पार ब्रह्म प्रगट सगल हर भवन मह जन नानक गुर पार ब्रह्म प्रभ जी तो कहलाज हमारे नीलकंठ नर हर नारायण नील बसन बनवारी परम पुरख परमेश्वर स्वामी पावन पवन आहारी माधव महाजोत मद मर्दन मान मुकंद मुरारी निर्विकार निर्जुर निंदरा बेन निर्भिख नरक निवारी कृपा सिंध काल त्रैदर्शी को करित परनाशनकारी धनुर्पान धृतमान तरा तार अन विकार अस तारी हो मत मंद चरण शरणागत कर गह लिहो उबारी हम अवगुण परे एक गुण अमृत छाड़ बिख माया मोह परम पै भूले सुत दारास्यो एक उत्तम पंथ सुने गुर संगत तेह मिलंत जम एक अरदास पाठ कीरत की गुर राम
ਰਾਮਦਾਸ। ਆਈ ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ, ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਹਸਤੀ ਸਿਰ ਜੋ ਅੰਕਸ਼ ਹੈ, ਅਹਰਨ ਜੋ ਸਿਰ ਦੇ। ਮਨ ਤਨ ਆਗੈ ਰਾਖ ਕੈ, ਊਪੀ ਸੇਵ ਕਰੇ। ਹਸਤੀ ਸਿਰ ਜੋ ਅੰਕਸ਼ ਹੈ, ਅਹਰਨ ਜੋ ਸਿਰ ਦੇ। ਮਨ ਤਨ ਆਗੈ ਰਾਖ ਕੈ, ਊਪੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁਝੀਐ, ਜਾ ਆਪੇ ਨਦਰ ਕਰੇ। ਮਹਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਣ। ਨਾਨਕ ਕੁਲ ਉਧਾਰ ਹੈ ਆਪਣਾ, ਦਰਗਹਿ ਪਾਵਹਿ ਮਾਨ। ਪੌੜੀ ਗੁਰਮੁਖ ਸਖਿਆ ਸਿੱਖ, ਗੁਰੂ ਮਿਲਾਈਆ। ਇਕ ਸੇਵਕ ਗੁਰ ਪਾਸ, ਇਕ ਗੁਰ ਕਾਰੈ ਲਾਈਆ। ਜਿਨਾ ਗੁਰ ਪਿਆਰਾ ਮਨ ਚਿੱਤ, ਤਿਨਾ ਪਾਉ ਗੁਰੂ ਦੇਵਾਈਆ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ। ਗੁਰ ਸਤ ਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ। ਗੁਰ ਸਤ ਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ।
ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਗੁਰਦੇਵ ਦੇ ਪਵਿੱਤਰ ਪਾਵਨ ਚਰਨ ਪਰਸ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਚਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਰਾਗ ਸੋਰਠ ਦੀ ਵਾਰ ਚੋਂ ਅੱਜ ਦੇ ਪਾਵਨ ਮਹਾਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਤੀਸਰੇ ਔਰ ਚੌਥੇ ਪਾਤਸ਼ਾਹ ਨੇ ਕਿਰਪਾ ਦੇ ਘਰ ਵਿੱਚ ਆ ਕੇ ਅੱਜ ਦੇ ਅੰਮ੍ਰਿਤ ਬਚਨ ਸਾਨੂੰ ਸਾਰਿਆਂ ਨੂੰ ਬਖਸ਼ੇ ਹਨ। ਇਹ ਸਾਡੀ ਕਲਿਆਣ ਲਈ ਹਨ, ਸਾਡੇ ਭਲੇ ਲਈ ਹਨ। ਸਾਹਿਬ ਜੀ ਦਾ ਇੱਕ ਇੱਕ ਅੰਮ੍ਰਿਤ ਬੋਲ ਸਾਡੀ ਕਲਿਆਣ ਕਰਦਾ ਹੈ, ਸਾਡਾ ਭਲਾ ਕਰਦਾ ਹੈ। ਮਹਾਂਪੁਰਸ਼ ਸਾਹਿਬ ਅਵਤਾਰੀ ਪੁਰਸ਼ ਆਪਣੀ ਰਸਨਾ ਤੋਂ ਜਿਹੜੇ ਵੀ ਬੋਲ ਬੋਲਦੇ ਨੇ ਜੀਵਾਂ ਦੇ ਭਲੇ ਲਈ ਬੋਲਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਤਿਗੁਰੂ ਜੀ ਨੇ ਜੋ ਅੰਮ੍ਰਿਤ ਬਚਨ ਸਾਡੇ ਲਈ ਕਹੇ ਹਨ, ਇਹ ਸਾਡੇ ਕਲਿਆਣ ਲਈ ਹਨ, ਸਾਡੇ ਭਲੇ ਲਈ ਹਨ। ਜਿਹੜਾ ਗੁਰੂ ਕਾ ਸਿੱਖ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮੰਨਦਾ ਹੈ, ਮੰਨ ਕੇ ਕਮਾਉਂਦਾ ਹੈ, ਉਹਦਾ ਅਵਸ਼ ਭਲਾ ਹੁੰਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਰਨ ਜੋ ਸਿਰ ਦੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸੇਵਾ ਕਿਵੇਂ ਕਰਨੀ ਹੈ, ਸੇਵਾ ਦਾ ਪ੍ਰਕਾਰ ਕੀ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿ ਜਿਵੇਂ ਹਾਥੀ ਆਪਣਾ ਸਿਰ ਕੁੰਡੇ ਅੱਗੇ ਸਮਰਪਣ ਕਰ ਦਿੰਦਾ, ਅਰਪਣ ਕਰ ਦਿੰਦਾ, ਔਰ ਲੋਹੇ ਦੀ ਐਰਣ ਆਪਣਾ ਸਿਰ ਹਥੋੜੇ ਥੱਲੇ ਦੇ ਦਿੰਦੀ ਹੈ। ਇਸ ਤਰੀਕੇ ਨਾਲ ਇਹ ਦੋ ਉਦਾਹਰਣਾਂ ਦਿੱਤੀਆਂ, ਕਿਉਂਕਿ ਦ੍ਰਿਸ਼ਮਾਨ ਪਸਾਰੇ ਵਿੱਚ ਜੋ ਦਿਸਦਾ ਉਹਦੀ ਉਦਾਹਰਣ ਦਿੱਤੀ ਜਾਂਦੀ ਤਾਂ ਜੋ ਸਾਡੇ ਖਾਨੇ 'ਚ ਗੱਲ ਬਹਿ ਜਾਏ, ਸਾਨੂੰ ਸਮਝ ਛੇਤੀ ਆ ਜਾਏ। ਹਾਥੀ ਕਿੰਨਾ ਬਲਵਾਨ ਹੈ, ਪਰ ਉਹਦੇ ਅੰਦਰ ਵੀ ਸਮਰਪਣ ਦਾ ਭਾਵ ਹੈ। ਉਹ ਆਪਣਾ ਆਪ ਲੋਹੇ ਦੇ ਕੁੰਡੇ ਅੱਗੇ ਸਮਰਪਣ ਕਰ ਦਿੰਦਾ। ਮਹਾਵਤ ਉਸ ਕੁੰਡੇ ਦੇ ਨਾਲ ਜਿਵੇਂ ਜਿਵੇਂ ਉਸ ਹਾਥੀ ਨੂੰ ਪ੍ਰੇਰਦਾ ਹੈ, ਤਿਵੇਂ ਤਿਵੇਂ ਹਾਥੀ ਕਿਰਿਆ ਕਰਦਾ ਹੈ। ਜੇ ਬੈਠਣ ਦਾ ਸੰਕੇਤ ਕਰਦਾ ਤਾਂ ਬਹਿ ਜਾਂਦਾ ਹੈ, ਖੜਨ ਦਾ ਸੰਕੇਤ ਕਰਦਾ ਤਾਂ ਹਾਥੀ ਖਲੋ ਜਾਂਦਾ ਹੈ, ਸੱਜੇ ਜਾਂ ਖੱਬੇ ਮੁੜਨ ਦਾ ਸੰਕੇਤ ਦੇਵੇ ਤਾਂ ਉਸ ਕੁੰਡੇ ਦੇ ਨਾਲ ਉਹ ਸਮਝ ਜਾਂਦਾ ਤੇ ਸੱਜੇ ਖੱਬੇ ਮੁੜ ਜਾਂਦਾ ਹੈ। ਸਿੱਧਾ ਟੁਰਨ ਵਾਸਤੇ ਕਹੇ ਤਾਂ ਸਿੱਧਾ ਟੁਰ ਪੈਂਦਾ। ਉਸ ਕੁੰਡੇ ਦੇ ਅੱਗੇ ਉਹਨੇ ਆਪਣਾ ਆਪ ਸਮਰਪਣ ਕਰ ਦਿੱਤਾ। ਲੋਹੇ ਦੀ ਐਰਣ ਮਜ਼ਬੂਤ ਹੁੰਦੀ ਹੈ, ਭਾਰੀ ਹੁੰਦੀ ਹੈ। ਉਹ ਐਰਣ ਕਿਸੇ ਲੋਹਾਰ ਦੀ ਭੱਠੀ ਤੇ ਪਈ ਹੋਵੇ ਤੇ ਲੋਹਾਰ ਉਹਨੂੰ ਥੋੜਾ ਜਿਹਾ ਜ਼ਮੀਨ 'ਚ ਗੱਡ ਦਿੰਦਾ, ਉਹਦੇ ਉੱਤੇ ਹਜ਼ਾਰਾਂ ਲੱਖਾਂ ਹਥੋੜੇ ਵੱਜਦੇ ਨੇ, ਪਰ ਉਹ ਐਰਣ ਆਪਣਾ ਆਪ ਉੱਥੋਂ ਟਸ ਤੋਂ ਮਸ ਨਹੀਂ ਕਰਦੀ, ਉਸੇ ਜਗ੍ਹਾ ਤੇ ਪਈ ਜੰਮੀ ਰਹਿੰਦੀ ਹੈ। ਇਸ ਤਰ੍ਹਾਂ ਇਹ ਦੋ ਉਦਾਹਰਣਾਂ ਦੇ ਕੇ ਅੱਗੇ ਦੱਸਦੇ ਹਨ। ਮਨ ਤਨ ਆਗੈ ਰਾਖ ਕੈ
ਉਹ ਵੀ ਸੇਵ ਕਰੇ। ਸਜਣਾ ਤੂੰ ਆਪਣਾ ਮਾਨ ਔਰ ਤਾਨ ਇਹ ਦੋਵੇਂ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਣ ਕਰਕੇ, ਭੇਟ ਕਰਕੇ, ਅਰਪਣ ਕਰਕੇ, ਜਿਵੇਂ ਹਾਥੀ ਨੇ ਅਰਪਣ ਕੀਤਾ ਹੈ, ਜਿਵੇਂ ਐਰਣ ਨੇ ਅਰਪਣ ਕੀਤਾ ਹੈ, ਏਦਾਂ ਤੂੰ ਆਪਣਾ ਮਨ ਤੇ ਤਨ ਸਤਿਗੁਰਾਂ ਦੇ ਅੱਗੇ ਸਮਰਪਣ ਕਰ ਦੇ। ਗੁਰੂ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰ ਦੇ। ਰਾਜੇ ਜਨਕ ਦੀ ਇੱਕ ਵਿਥਿਆ ਸੁਣਾਈ ਜਾਂਦੀ ਹੈ। ਰਾਜੇ ਜਨਕ ਨੇ ਕਿਹਾ, ਕੋਈ ਐਸਾ ਗੁਰੂ ਹੋਵੇ ਜਿਸ ਨੂੰ ਮੈਂ ਧਾਰਨ ਕਰਾਂ, ਜਿਹੜਾ ਮੈਨੂੰ ਘੋੜੇ ਦੀ ਕਾਠੀ ਤੇ ਚੜ੍ਹਦਿਆਂ ਨੂੰ ਉਪਦੇਸ਼ ਦੇਵੇ ਤੇ ਗਿਆਨ ਦੇ ਦੇਵੇ। ਇਹ ਐਲਾਨ ਸੁਣ ਕੇ ਬੜੇ ਬੜੇ ਬ੍ਰਾਹਮਣ, ਬੜੇ ਬੜੇ ਵੇਦਾਂਤ ਆਚਾਰਿਆ, ਉਹਨਾਂ ਨੂੰ ਜਵਾਬ ਨਹੀਂ ਔੜਿਆ ਤੇ ਅਸ਼ਟਾਵਕਰ ਜੀ ਆਏ। ਅਸ਼ਟਾਵਕਰ ਜੀ ਨੇ ਰਾਜੇ ਜਨਕ ਨੂੰ ਕਿਹਾ, ਮੈਂ ਤੈਨੂੰ ਘੋੜੇ ਦੀ ਕਾਠੀ ਤੇ ਚੜ੍ਹਦੇ ਨੂੰ ਉਪਦੇਸ਼ ਦੇ ਕੇ ਗਿਆਨ ਦੇ ਸਕਦਾ, ਪਰ ਪਹਿਲਾਂ ਮੈਂ ਗੁਰੂ ਦਕਸ਼ਣਾ ਲਵਾਂਗਾ। ਗੁਰੂ ਨੂੰ ਅਰਪਣ ਕੀ ਕਰੇਗਾ? ਕਹਿੰਦਾ ਜੀ ਦੱਸੋ। ਕਹਿੰਦੇ 3 ਚੀਜ਼ਾਂ ਨੇ ਤੇਰੇ ਕੋਲ, ਤਨ, ਮਨ ਤੇ ਧਨ। ਇਹਨਾਂ ਤਿੰਨਾਂ ਚੋਂ ਇੱਕ ਵੀ ਅਰਪਣ ਕਰ ਦੇ, ਕੋਈ ਇੱਕ ਅਰਪਣ ਕਰ ਦੇ। ਕਹਿੰਦਾ ਜੀ ਵਿਚਾਰ ਕਰਦਾ। ਤਨ ਦੀ ਗੱਲ ਕੀਤੀ ਤੇ ਪਰਿਵਾਰ ਵਾਲਿਆਂ ਨੇ ਆਖਿਆ, ਜੇ ਤਨ ਦੇ ਦਿੱਤਾ ਸਾਧ ਪਤਾ ਨਹੀਂ ਕਿੱਥੇ ਇਹਨੂੰ ਲੈ ਜਾਏ। ਧਨ ਦੇਣ ਦੀ ਗੱਲ ਆਖੀ ਤੇ ਵਜ਼ੀਰਾਂ ਨੇ ਸੋਚਿਆ ਕਿ ਜੇ ਧਨ ਦੇ ਦਿੱਤਾ ਸਾਡੀ ਵਜ਼ੀਰੀ ਖਤਮ। ਕਹਿਣ ਲੱਗੇ ਚਲੋ ਮਨ ਦੇ ਦਿਓ। ਰਾਜੇ ਜਨਕ ਨੇ ਆ ਕੇ ਆਖਿਆ, ਅਸ਼ਟਾਵਕਰ ਜੀ ਮੈਂ ਆਪਣਾ ਮਨ ਤੁਹਾਨੂੰ ਭੇਟ ਕਰਦਾ, ਮਨ ਅਰਪਣ ਕਰਦਾ। ਕਹਿੰਦੇ ਬਸ ਚਾਹੀਦਾ ਹੀ ਸੀ ਮਨ, ਮਨ ਹੀ ਤਾਂ ਚਾਹੀਦਾ, ਕਿਉਂਕਿ ਮਨ ਦੇ ਨਾਲ ਹੀ ਤਨ ਤੇ ਧਨ ਜੁੜਿਆ ਹੋਇਆ। ਮਨ ਅਰਪਣ ਕਰ ਦਿੱਤਾ ਤਾਂ ਸਭ ਕੁਝ ਅਰਪਣ ਹੋ ਗਿਆ। ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਚਾਹੀਦਾ ਹੀ ਸੀ ਮਨ। ਅਸ਼ਟਾਵਕਰ ਕਹਿਣ ਲੱਗੇ ਹੁਣ ਚੜ੍ਹ ਘੋੜੇ ਤੇ। ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਇਆ ਤੇ ਚੜ੍ਹਨ ਲੱਗਾ। ਅਸ਼ਟਾਵਕਰ ਕਹਿੰਦੇ ਠਹਿਰ, ਮੇਰਾ ਮਨ ਨਹੀਂ ਕਰਦਾ ਕਿ ਤੂੰ ਹੁਣ ਘੋੜੇ ਦੀ ਕਾਠੀ ਤੇ ਚੜ੍ਹੇ। ਸਮਝ ਆ ਗਈ, ਕਿਉਂਕਿ ਜਦੋਂ ਮਨ ਦੇ ਹੀ ਦਿੱਤਾ, ਹੁਣ ਜਨਕ ਦੇ ਮਨ ਨੇ ਕੰਮ ਨਹੀਂ ਕਰਨਾ ਕਿ ਮੇਰਾ ਮਨ ਕਰੇ ਤੇ ਮੈਂ ਘੋੜੇ ਤੇ ਚੜਾਂ, ਮੇਰਾ ਮਨ ਕਰੇ ਤੇ ਮੈਂ ਸਵਾਰੀ ਕਰਾਂ। ਹੁਣ ਤਾਂ ਜੋ ਗੁਰੂ ਦਾ ਮਨ ਕਹਿੰਦਾ ਉਹ ਕਰਨਾ। ਇਹਨੂੰ ਕਹਿੰਦੇ ਸਮਰਪਣ। ਜਦੋਂ ਸਿੱਖ ਆਪਣਾ ਆਪ ਗੁਰੂ ਦੇ ਚਰਨਾਂ 'ਚ ਸਮਰਪਣ ਕਰ ਦਿੰਦਾ ਹੈ, ਮਨ ਤਨ ਗੁਰੂ ਅੱਗੇ ਅਰਪਣ ਕਰ ਦਿੰਦਾ, ਤੇ ਫਿਰ ਗੁਰੂ ਦੀ ਮਰਜ਼ੀ ਅਨੁਸਾਰ ਚੱਲਣਾ ਹੁੰਦਾ, ਨਾ ਕਿ ਆਪਣੀ ਮਰਜ਼ੀ। ਅਸੀਂ ਕਹਿ ਦਿੰਦੇ ਹਾਂ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ, ਮੇਰਾ ਜੋ ਦਿਲ ਆਏਗਾ ਮੈਂ ਕਰਾਂਗਾ। ਗੁਰਸਿੱਖ ਕਹਿੰਦਾ ਜੋ ਮੇਰੇ ਗੁਰੂ ਨੂੰ ਭਾਵੇਗਾ ਮੈਂ ਕਰਾਂਗਾ। ਮੇਰੇ ਸਤਿਗੁਰਾਂ ਨੂੰ ਜੋ ਚੰਗਾ ਲੱਗੇਗਾ ਉਹ ਮੈਨੂੰ ਚੰਗਾ ਲੱਗਦਾ। ਇਨਸਾਨ ਦੇ ਮਨ ਨੂੰ ਤਾਂ ਬੜੀਆਂ ਬੜੀਆਂ ਭੈੜੀਆਂ ਵਾਦੀਆਂ ਚੰਗੀਆਂ ਲੱਗਦੀਆਂ, ਬੜੇ ਬੜੇ ਮਾੜੇ ਭੈੜੇ ਖਿਆਲ ਇਹਨੂੰ ਚੰਗੇ ਲੱਗਦੇ ਆ। ਗੁਰੂ ਦੇ ਮਨ ਦੇ ਅਨੁਸਾਰ ਚੱਲਣਾ ਨੂੰ ਕਹਿੰਦੇ ਨੇ ਸਮਰਪਣ। ਹੁਣ ਗਲੇ ਹਮਾਰੇ ਜੇਵਰੀ, ਜਿੱਧਰ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਸੀਂ ਲੈ ਕੇ ਜਾਓਗੇ, ਖਿੱਚੋਗੇ, ਤੁਹਾਡੇ ਵੱਸ। ਇਹਨੂੰ ਕਹਿੰਦੇ ਆ ਸਮਰਪਣ। ਇਸ ਤਰ੍ਹਾਂ ਮਨ ਤੇ ਤਨ ਆਪਣੇ ਗੁਰੂ ਅੱਗੇ ਰੱਖ ਕੇ ਖੁੱਭ ਕੇ ਗੁਰੂ ਦੀ ਸੇਵਾ ਕਰਨੀ। ਉਹ ਵੀ ਦਾ ਅਰਥ ਖੜੋ ਕੇ ਵੀ ਕਰਨਾ ਕਹਿੰਦੇ ਆ, ਵੀ ਖਲੋ ਕੇ, ਯਾਨੀ ਕਿ ਹਰ ਵੇਲੇ ਸਾਵਧਾਨ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਨੀ। ਉਹਨੂੰ ਕਹਿੰਦੇ ਨੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਸੇਵਾ ਕਰਨੀ, ਖੜੋ ਕੇ ਸੇਵਾ ਕਰਨੀ। ਖੜੋ ਕੇ ਦਾ ਮਤਲਬ ਸਾਵਧਾਨ ਰਹਿ ਕੇ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ एकाग्र चीत।
ਉਭੀ ਖੁੱਭ ਕੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਫਿਰ ਮੈਂ ਸਤਿਗੁਰਾਂ ਦੀ ਸੇਵਾ ਕਰਾਂ। ਇਹ ਸੇਵਾ ਗੁਰੂ ਸਾਹਿਬ ਜੀ ਦੇ ਮਨ ਨੂੰ ਭਾਉਂਦੀ ਹੈ। ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇਉਂ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਆਪਣਾ ਆਪਾ ਨਿਵਾਰ ਕੇ, ਆਪਣੀ ਮੈਂ ਮੇਰੀ ਨੂੰ ਨਿਵਾਰ ਕੇ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈਂਦੇ ਆ। ਜਿਨ੍ਹਾਂ ਨੇ ਆਪਣਾ ਆਪਾ ਨਿਵਾਰ ਦਿੱਤਾ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹੋ ਗਏ, ਸਾਰੇ ਜਗਤ ਦੇ ਰਾਜੇ ਹੋ ਗਏ, ਕਿਉਂਕਿ ਮਨ ਹੀ ਨਹੀਂ ਰਿਹਾ। ਯਾਨੀ ਕਿ ਮਨ ਜਿੱਤ ਲਿਆ ਤਾਂ ਜਗ ਜਿੱਤੇ ਹੀ ਜਾਣਾ ਸੀ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣਾ ਆਪਾ ਭਾਵ ਨਿਵਾਰ ਦਿੱਤਾ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹੋ ਗਏ, ਸਾਰੇ ਸੰਸਾਰ ਦੇ ਰਾਜੇ ਹੋ ਗਏ। ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਮੁਖ ਦੁਆਰਾ ਆਪਣੇ ਆਪ ਨੂੰ ਬੁੱਝ ਲੈਂਦੇ ਹਨ, ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ, ਆਪਣੇ ਆਪ ਨੂੰ ਬੁੱਝਣਾ ਗੁਰੂ ਸਾਹਿਬ ਜੀ ਦੇ ਮੁਖ ਦੁਆਰਾ ਬੁੱਝਿਆ ਜਾਂਦਾ ਹੈ। ਜਿਵੇਂ 10 ਜਣੇ ਨਦੀ ਪਾਰ ਕਰਕੇ ਗਏ, ਕਹਿੰਦੇ ਬੰਦੇ ਗਿਣ ਲਈਏ ਕਿੰਨੇ ਹਾਂ, ਕੋਈ ਰੁੜ ਤਾਂ ਨਹੀਂ ਗਿਆ। ਗਿਣਤੀ ਕਰਨ ਲੱਗੇ ਤੇ ਜਿਹੜਾ ਗਿਣਤੀ ਕਰੇ ਆਪਣੇ ਆਪ ਨੂੰ ਨਾ ਗਿਣੇ, ਕਹਿੰਦਾ 1 2 3 9 ਦੀ ਗਿਣਤੀ ਕਰੇ, ਆਪਣੇ ਆਪ ਦੀ ਵਿੱਚ ਗਿਣਤੀ ਨਾ ਕਰੇ, ਕਹਿੰਦੇ 10ਵਾਂ ਰੁੜ ਗਿਆ। ਕੋਈ ਭਲਾ ਪੁਰਸ਼ ਉੱਥੇ ਆਇਆ, ਵੇਖਿਆ ਇਹਨਾਂ ਨੂੰ ਚਿੰਤਾ 'ਚ ਬੈਠੇ ਨੇ। ਉਹਨੇ ਆਖਿਆ ਭਾਈ ਕੀ ਗੱਲ ਹੈ? ਕਹਿੰਦੇ ਜੀ ਇਦਾਂ 10 ਜਣੇ ਸੀ, ਨਦੀ ਪਾਰ ਕਰਨ ਲੱਗੇ 1 ਰੁੜ ਗਿਆ। ਉਹ ਕਹਿੰਦੇ ਜੀ ਅਸੀਂ ਗਿਣ ਦਈਏ, ਕਹਿੰਦੇ ਜੀ ਤੁਸੀਂ ਗਿਣ ਦਿਓ। ਗਿਣਤੀ ਕੀਤੀ 9 ਤੱਕ ਤੇ ਜਿਹੜਾ 10ਵਾਂ ਗਿਣਦਾ ਨਹੀਂ ਸੀ ਆਪਣੇ ਆਪ ਨੂੰ, ਉਹਨੂੰ ਕਹਿੰਦਾ 10ਵਾਂ ਤੂੰ ਹੈ। ਇੱਕਦਮ ਉਹਨਾਂ ਦੀ ਜਾਨ 'ਚ ਜਾਨ ਪੈ ਗਈ ਵੀ ਚਲੋ ਰੱਬ ਦਾ ਸ਼ੁਕਰ ਹੈ ਕੋਈ ਰੁੜਿਆ ਨਹੀਂ। ਗੁਰੂ ਵੀ ਇਹੀ ਜਣਾਉਂਦਾ ਕਿ ਹੇ ਭਾਈ ਤੂੰ ਰਾਮ ਦੀ ਅੰਸ਼ ਹੈ, ਤੂੰ ਪਰਮਾਤਮਾ ਦੀ ਅੰਸ਼ ਹੈ। ਭੁੱਲਿਆ ਹੋਇਆ ਨਾ ਆਪਣੇ ਆਪ ਨੂੰ। ਤੂੰ ਰੱਬ ਦੀ ਅੰਸ਼ ਹੈ, ਤੂੰ ਰਾਮ ਦੀ ਅੰਸ਼ ਹੈ, ਤੂੰ ਜੋਤ ਸਰੂਪ ਹੈ। ਗੁਰੂ ਨੇ ਜਣਾ ਦਿੱਤਾ ਤਤਵੰ ਅਸੀ, ਤੂੰ ਹੀ ਬ੍ਰਹਮ ਹੈ, ਤੂੰ ਬ੍ਰਹਮ ਦੀ ਅੰਸ਼ ਹੈ। ਗੁਰੂ ਮੁਖ ਦੁਆਰਾ ਜਦੋਂ ਇਹ ਬੁੱਝਾਂਗੇ ਫਿਰ ਜਾਣਿਆ ਜਾਂਦਾ। ਇੱਥੇ ਇਸੇ ਕਰਕੇ ਕਹਿ ਰਹੇ ਨੇ ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਆਪਣੇ ਆਪ ਨੂੰ ਬੁੱਝਿਆ, ਨਾਨਕ ਗੁਰਮੁਖ ਬੁੱਝੀਐ। ਗੁਰੂ ਦੇ ਮੁਖ ਦੁਆਰਾ ਬੁੱਝੀਦਾ ਹੈ। ਕੌਣ ਬੁੱਝਦੇ ਨੇ? ਜਾਂ ਆਪੇ ਨਦਰ ਕਰੇ, ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਆਪਣੀ ਨਦਰ ਕਰਦੇ ਨੇ, ਕਿਰਪਾ ਕਰਦੇ ਹਨ, ਉਹੀ ਆਪਣੇ ਆਪ ਨੂੰ ਬੁੱਝਦੇ ਹਨ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਦਾ ਇਹ ਸੰਸਾਰ ਵਿੱਚ ਆਇਆ ਪ੍ਰਵਾਨ ਹੈ। ਉਹਨਾਂ ਦਾ ਇਹ ਸੰਸਾਰ ਦੇ ਵਿੱਚ ਅਵਤਰਤ ਹੋਇਆ ਜਨਮ ਲਿਆ ਪ੍ਰਵਾਨ ਹੈ। ਨਾਨਕ ਕੁਲ ਉਧਾਰ ਹੈ ਆਪਣਾ, ਦਰਗਹ ਪਾਵਹਿ ਮਾਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਜੀਵ ਆਪਣੀਆਂ ਕੁਲਾਂ ਉਧਾਰ ਲੈਂਦੇ ਹਨ ਔਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹ ਮਾਣ ਪ੍ਰਾਪਤ ਕਰਦੇ ਨੇ। ਜਿਨ੍ਹਾਂ ਦਾ ਇਹ ਸੰਸਾਰ ਵਿੱਚ ਆਇਆ ਪ੍ਰਵਾਨ ਹੋਇਆ ਭਜਨ ਕਰਕੇ, ਉਹ ਇਹ ਸੰਸਾਰ ਵਿੱਚ ਆਪਣੀਆਂ ਕੁਲਾਂ ਵੀ ਤਾਰ ਲੈਂਦੇ ਹਨ ਔਰ ਨਿਰੰਕਾਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆ। ਜਿਹੜੀਆਂ ਗੁਰਮੁਖ ਸਖੀਆਂ ਹਨ, ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਆ, ਜਿਹੜੀਆਂ ਗੁਰਮੁਖ ਸਖੀਆਂ ਹਨ, ਜੋ ਸਿੱਖ ਨੇ
ਮੇਰੇ ਗੁਰੂ ਨੇ ਆਪ ਉਹਨਾਂ ਤੇ ਤਰਸ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਅਭੇਦ ਕਰ ਲਿਆ। ਗੁਰੂ ਮਿਲਾਈਆ, ਗੁਰੂ ਨੇ ਤਿਨਾਂ ਨੂੰ ਆਪਣੇ ਨਾਲ ਮਿਲਾ ਲਿਆ, ਅਭੇਦ ਕਰ ਲਿਆ ਹੈ। ਇਕ ਸੇਵਕ ਗੁਰ ਪਾਸ, ਇਕ ਗੁਰ ਘਰ ਲਾਈਆ। ਇੱਕ ਸੇਵਕ ਗੁਰੂ ਦੇ ਪਾਸ ਹਨ, ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਕੋਲ ਰੱਖਦੇ ਐ, ਹਜ਼ੂਰੀ 'ਚ ਰੱਖਦੇ ਐ। ਇੱਕ ਉਹ ਨੇ ਜਿਨ੍ਹਾਂ ਨੂੰ ਕਾਰਾਂ ਵਿੱਚ ਵਿਹਾਰਾਂ 'ਚ ਲਾਇਆ ਹੋਇਆ ਕਿ ਜਾਓ ਤੁਸੀਂ ਜਾ ਕੇ ਕਾਸ਼ੀ ਬਨਾਰਸ ਜਾ ਕੇ ਭਾਈ ਗੁਰਦਾਸ ਜੀ ਤੁਸੀਂ ਪ੍ਰਚਾਰ ਕਰੋ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਤੁਸੀਂ ਇੱਥੇ ਸਾਡੇ ਕੋਲ ਰਹੋ। ਤੋ ਦੋਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਉਂਦੇ ਹੈ। ਇੱਕ ਇਹਨਾਂ ਨੂੰ ਆਪਣੇ ਪਾਸ ਰੱਖਿਆ ਹੋਇਆ ਹੈ, ਇੱਕ ਇਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਕਾਰਾਂ ਵਿਹਾਰਾਂ ਵਿੱਚ, ਗੁਰੂ ਘਰ ਦੀਆਂ ਜਿਹੜੀਆਂ ਕਾਰ ਸੇਵਾਵਾਂ ਹਨ, ਜਿੱਥੇ ਜਿੱਥੇ ਵੀ ਗੁਰੂ ਘਰ ਦੀ ਕਾਰ ਹੈ ਉਹਦੇ ਵਿੱਚ ਲਾਇਆ ਹੋਇਆ ਹੈ। ਜਿਨਾ ਗੁਰ ਪਿਆਰਾ ਮਨ ਚਿੱਤ, ਤਿਨਾ ਭਾਉ ਗੁਰੂ ਦੇਵਾਈਆ। ਜਿਨ੍ਹਾਂ ਨੂੰ ਆਪਣਾ ਗੁਰੂ ਮਨ ਕਰਕੇ ਚਿੱਤ ਕਰਕੇ ਪਿਆਰਾ ਹੈ, ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣਾ ਭਾਉ ਆਪਣਾ ਪ੍ਰੇਮ ਬਖਸ਼ ਦਿੱਤਾ। ਜਿਨ੍ਹਾਂ ਨੂੰ ਗੁਰੂ ਮਨ ਕਰਕੇ ਚਿੱਤ ਕਰਕੇ ਭਾਉਂਦਾ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣਾ ਭਾਉ ਆਪਣਾ ਗਿਆਨ ਆਪਣਾ ਪ੍ਰੇਮ ਬਖਸ਼ ਦਿੱਤਾ ਹੈ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾਂ ਭਾਈਆ। ਸਤਿਗੁਰੂ ਜੀ ਦਾ ਆਪਣੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ। ਐਸਾ ਨਹੀਂ ਕਿਸੇ ਨਾਲ ਵੱਧ ਹੋਵੇ ਕਿਸੇ ਨਾਲ ਘੱਟ ਹੋਵੇ, ਸਭ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ। ਮੇਰੇ ਸਾਹਿਬ ਨੂੰ ਸਾਰੇ ਇੱਕੋ ਜਿਹੇ ਲੱਗਦੇ ਹੈ। ਭਾਵੇਂ ਮਾਂ ਬਾਪ ਦੇ 5-7 ਬੱਚੇ ਹੋਣ, ਹੋ ਸਕਦਾ ਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਕਿਸੇ ਨਾਲ ਵੱਧ ਮਮਤਾ ਹੋਵੇ, ਲੱਗਦੇ ਸਮਾਨ ਨੇ, ਕਿਸੇ ਪ੍ਰਤੀ ਵੱਧ ਮਮਤਾ ਲਗਾਵ ਵੀ ਹੋ ਸਕਦਾ, ਪਰ ਮੇਰੇ ਸਤਿਗੁਰੂ ਜੀ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦੇ ਹੈ। ਹੁਣ ਸਾਡੀ ਸਾਹਿਬ ਪ੍ਰਤੀ ਕਿਹੋ ਜਿਹੀ ਭਾਵਨਾ ਹੈ ਉਹ ਵੱਖੋ ਵੱਖਰੀ। ਕੋਈ ਕਿੰਨਾ ਸਤਿਗੁਰਾਂ ਨਾਲ ਪ੍ਰੇਮ ਕਰਦਾ, ਇਹ ਤਾਂ ਉਹਦੇ ਤੇ ਨਿਰਭਰ ਹੈ ਨਾ। ਗੁਰੂ ਸਾਹਿਬ ਨੇ ਫਰਕ ਨਹੀਂ ਰੱਖਿਆ। ਸਤਿਗੁਰੂ ਜੀ ਦਾ ਆਪਣੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ ਜਿਹੋ ਜਿਹਾ ਗੁਰੂ ਸਾਹਿਬ ਦਾ ਆਪਣੇ ਮਿੱਤਾਂ ਨਾਲ, ਪੁੱਤਰਾਂ ਨਾਲ ਔਰ ਆਪਣੇ ਭਰਾਵਾਂ ਨਾਲ ਹੈ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆ। ਗੁਰ ਸਤਿਗੁਰ ਬੋਲੋ ਸਭ, ਇਹ ਭਾਈ ਸਾਰੇ ਸਤਿਗੁਰਾਂ ਦੇ ਪਾਵਨ ਨਾਮ ਨੂੰ ਜਪੋ। ਵਾਹਿਗੁਰੂ 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 ਕਹੋ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆ। ਗੁਰੂ ਗੁਰੂ ਕਹੋ, ਐਸੇ ਗੁਰੂ ਨੂੰ ਗੁਰੂ ਗੁਰੂ ਕਹਿ ਕੇ ਆਰਾਧੋ ਜਿਸ ਗੁਰੂ ਨੇ ਸਾਨੂੰ ਜੀਵਨ ਦਾਨ ਪ੍ਰਦਾਨ ਕੀਤਾ, ਜਿਹੜਾ ਸਾਨੂੰ ਪਾਲਣ ਵਾਲਾ ਸਾਡਾ ਪਾਲਣਹਾਰ ਹੈ। ਉਸ ਗੁਰੂ ਨੂੰ ਗੁਰੂ ਗੁਰੂ ਕਹਿ ਕੇ ਆਰਾਧੋ, ਗੁਰੂ ਗੁਰੂ ਕਹਿ ਕੇ ਧਿਆਵੋ।